पंजाबी खबरनामा देख रहे सारे दर्शकों को प्यार भरी सत श्री अकाल। अज दीआं वड्डियां खबरां। भगवंत मान सरकार ने बदली ट्रांसपोर्ट नीति, बादलों नूं वड्डा झटका। एक्शन च मुख्यमंत्री भगवंत मान नाभा जेल विच मारिया अचनचेत छापा। मान कैबिनेट दा वड्डा फैसला। आप विधायक बलजिंदर कौर नूं मिलिया कैबिनेट रैंक। हरसिमरत कौर बादल ने लोक सभा विच चुकिया बंदी ਸਿੰਘਾਂ ते किसानां दा मुद्दा। निशाने ते केंद्र दी मोदी सरकार। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਵਿੱਚ ਪ੍ਰਾਈਵੇਟ ਬੱਸ ਮਾਫੀਆ ਜੋੜਾ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਦੀ ਕਮਾਨ ਸੰਭਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਇੰਟਰਸਟੇਟ ਰੂਟਾਂ ਤੇ ਬਾਦਲ ਪਰਿਵਾਰ ਅਤੇ ਵੱਡੇ ਬੱਸ ਆਪਰੇਟਰਾਂ ਦੀਆਂ ਨਿੱਜੀ ਬੱਸਾਂ ਦਾ ਏਕਾਧਾਰਿਕ ਖਤਮ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ 2007 ਤੋਂ 2017 ਦੀਆਂ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਪਣੇ ਨਿੱਜੀ ਕਾਰੋਬਾਰ ਚਲਾਉਣ ਦੀ ਥੋੜੀ ਨੀਤੀ ਤਹਿਤ ਸਕੀਮਾਂ ਬਣਾਈਆਂ, ਜਿਸ ਵਿੱਚ ਉਹਨਾਂ ਤੋਂ ਬਾਅਦ ਦੀ ਕਾਂਗਰਸ ਸਰਕਾਰ ਨੇ ਵੀ ਬਾਦਲ ਦੇ ਟਰਾਂਸਪੋਰਟ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ। ਟਰਾਂਸਪੋਰਟ ਮੰਤਰੀ ਨੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਆਪਣੇ ਨਿੱਜੀ ਫਾਇਦੇ ਲਈ ਖਜ਼ਾਨੇ ਨੂੰ ਨਿਰੰਤਰ ਖੋਰਾ ਲਾਉਂਦਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਦੀ ਨਾਭਾ ਜੇਲ੍ਹ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ, ਪਟਿਆਲਾ ਦੇ ਐਸਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਸ਼ਾਮਲ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਲ੍ਹ ਦੇ ਪੂਰੇ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਜੇਲ੍ਹ ਸੁਪਰੀਡੈਂਟ ਨੂੰ ਦੱਸਿਆ ਜਾਵੇ। ਸਰਕਾਰ ਵੱਲੋਂ ਉਹਨਾਂ ਕਮੀਆਂ ਨੂੰ ਪੂਰਾ ਕਰਨ ਦੇ ਸਾਰੇ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਕੈਦੀ ਪੜ੍ਹਾਈ ਵਿੱਚ ਰੁਚੀ ਲੈਣਾ ਚਾਹੁੰਦੇ ਹਨ, ਉਹਨਾਂ ਲਈ ਜੇਲ੍ਹ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਤਲਵੰਡੀ ਸਾਬੋ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੀ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਮਿਲੇਗਾ। ਪੰਜਾਬ ਕੈਬਨਿਟ ਵੱਲੋਂ ਬਹੁਮਤ ਵਾਲੀ ਪਾਰਟੀ ਦੇ ਚੀਫ ਵਿਪ ਨੂੰ ਕੈਬਨਿਟ ਰੈਂਕ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ The Salaries and Allowances of Chief Whip in Punjab Legislative Assembly Act 2022 ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨਾਲ ਤਲਵੰਡੀ ਸਾਬੋ ਤੋਂ ਆਪ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਕੈਬਨਿਟ ਨੇ ਹੋਰਾਂ ਸੂਬਿਆਂ ਦੀ ਤਰਜ਼ ਤੇ ਚੀਫ ਵਿਪ ਨੂੰ ਤਨਖਾਹ, ਭੱਤੇ ਅਤੇ ਸਹੂਲਤਾਂ ਦੇਣ ਨੂੰ ਪ੍ਰਵਾਨਗੀ। ਦੱਸਦ ਕਿ ਪਹਿਲੀ ਕੈਬਨਿਟ ਦਾ ਗਠਨ ਹੋਇਆ ਸੀ ਤਾਂ ਉਦੋਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੈਬਨਿਟ 'ਚ ਸ਼ਾਮਲ ਨਾ ਕੀਤੇ ਜਾਣ ਕਾਰਨ ਨਾਰਾਜ਼ ਵੀ ਹੋ ਗਏ ਸਨ। ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਾਰਟੀ ਤਰਫੋਂ ਚੀਫ ਵਿਪ ਬਣਾਇਆ ਗਿਆ ਸੀ। ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਿਛਲੇ ਦਿਨਾਂ ਦੌਰਾਨ ਮੰਤਰੀ ਪੱਧਰ ਦੀ ਸਰਕਾਰੀ ਰਿਹਾਇਸ਼ ਅਲਾਟ ਕੀਤੇ ਜਾਣ ਦੇ ਵੀ ਚਰਚੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਸਾਨਾਂ ਦੇ ਨਾਲ ਵੱਖ-ਵੱਖ ਮੁੱਦੇ ਚੁੱਕੇ। ਸਦਨ 'ਚ ਸਿਫਰ ਕਾਲ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਚਿੱਠੀ ਲਿਖ ਕੇ ਘੱਟੋ-ਘੱਟ ਸਮਰਥਨ ਮੁੱਲ MSP ਬਾਰੇ ਕਾਨੂੰਨ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਕਿਸਾਨਾਂ ਨਾਲ ਇਸ ਵਾਅਦੇ ਮਗਰੋਂ ਇਹ ਅੰਦੋਲਨ ਖਤਮ ਕਰ ਦਿੱਤਾ ਗਿਆ ਸੀ। ਸਰਕਾਰ ਨੇ ਵਾਅਦੇ ਨਹੀਂ ਪੂਰੇ ਕੀਤੇ। ਜਿੱਦਾਂ ਲਈ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਮੁੱਦਾ ਚੁੱਕਿਆ। आपने मुझे सप्लीमेंट्री ग्रांट ऑफ डिमांड्स के लिए बोलने का ये मौका दिया। मैं आही पूछना चाहनी हाँ कि जिथे इस सरकार ने एक बार फिर तकरीबन 4 लाख करोड़ का होर ग्रांट की मांग की है, इस ग्रांट विचों वो कितना वड्डा हिस्सा है ਜਿਹੜੇ अपने किसानों के कोल जाऊगा? क्योंकि 2014 च जब सरकार बनी सी उन्होंने कहा सी कि असीं 2022 तक किसान की आमदन नूं आपां दुगना करांगे, लेकिन अज 2014 ते 2022 दे विच आपां देखिया जाए तो दुगना आमदन तो पता नहीं की हुई है कि नहीं हुई है, MSP तो की होनी सी, लेकिन डीजल दी कीमतां जरूर डबल हो गई ने। जे मैं यूरिया की गल करा, जिहड़े पौने 200 रुपए 50 किलो का एक बैग हुंदा सी, वो 270 रुपए का 45 किलो का बैग हो गया है। DAP 1125 तो लैके 1350 ताईं पहुँच गई है। हर चीज़ की कीमत आपां जे कल्ले GST की मैं गल कर ला कि GST जिहड़ी किसानां दे उत्ते जिहड़ी पैंदी है, खेत दी दवाइयां दे उत्ते 18%, ट्रैक्टर दे उत्ते 28%, बीजां दे उत्ते 12%, हरेक किसानी यंत्र दे उत्ते 28% ते कल्ले GST। जे आपां हर चीज़ की देखी जाए, जे अज किसान नूं अपनी फसल की कटाई भी करनी है ते जे 2014 ते वो कंबाइन की कटाई वास्ते वो 800 रुपए एकड़ होंदा सी, वो 1500 च पहुँच गया, ते एक कणक वास्ते ते झोने वास्ते जिहड़ा 900 होंदा सी, वो 2000 तो भी टप गया है। सो दुगनी आमदन तो पता नहीं, लेकिन कीमतां जरूर किसान की जिहड़ी इनपुट कॉस्ट होंदी है वो दुगनी तो भी वध हो गई है। ते MSP च जिहड़ा वादा होया है, जे 2014 ते कणक 1400 सीगी, अज 2100 हैगी। जे झोना 1350 सीगा ते अज 1980 के नेड़े हैगा। कल्ले 2% इनक्रीज हुई है MSP दे उत्ते
ਤੇ 100% ਤੇ ਇਸ ਤੋਂ ਵੀ ਵੱਧ ਇਨਕਰੀਜ਼ ਹੋ ਗਈ ਸਭ ਇਨਪੁਟ ਕਾਸਟ 'ਚ। ਮੈਂ ਆਹੀ ਪੁੱਛਣਾ ਚਾਹੁੰਦੀ ਹਾਂ ਕਿ ਜੇ ਇਹਨਾਂ ਚੀਜ਼ਾਂ ਦੀ ਆਪਾਂ ਇਹਨਾਂ ਚੀਜ਼ਾਂ ਨੂੰ ਦੇਖੀਏ ਤੇ ਇਸ ਕਿਸਾਨੀ ਅੰਦੋਲਨ ਨੂੰ ਆਪਾਂ ਦੇਖੀਏ, ਅੱਜ ਮੈਂ ਸਰਕਾਰ ਤੋਂ ਆਹੀ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿਸਾਨਾਂ ਨੂੰ ਇੱਕ ਆਸ਼ਵਾਸਨ ਦਿੱਤਾ ਸੀ ਅਸੀਂ MSP ਲਾਜ਼ਮੀ ਕਰਾਂਗੇ ਤੇ ਸਵਾਮੀਨਾਥਨ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਹਿਸਾਬ ਦੇ ਨਾਲ C2 plus 50% ਤੁਹਾਡੀ MSP ਹੋਗੀ। ਅੱਜ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਕੀ ਮਜਬੂਰੀ ਹੈ ਕਿ ਲਿਖਤ ਤੇ ਦੇਣ ਦੇ ਬਾਵਜੂਦ ਤੁਸੀਂ ਕਿਸਾਨਾਂ ਨੂੰ ਜਿਸ ਤਰ੍ਹਾਂ ਦੀ MSP ਸਵਾਮੀਨਾਥਨ ਕਮੇਟੀ ਨੇ ਕਿਹਾ ਉਹਨੂੰ ਕਿਉਂ ਤੁਸੀਂ ਪੂਰਾ ਨਹੀਂ ਕਰ ਰਹੇ ਹੋ। ਦੂਜੀ ਗੱਲ, MSP ਜਿਨ੍ਹਾਂ ਨੂੰ ਤੁਸੀਂ ਦਿੱਤਾ ਹੈ ਉਸ MSP ਨੂੰ ਤੁਸੀਂ ਹਰੇਕ ਫਸਲ 'ਚ ਦਿਓ ਤੇ ਉਸ ਫਸਲ ਦੀ ਪ੍ਰੋਕਿਉਰਮੈਂਟ ਨੂੰ ਤੁਸੀਂ ਗਾਰੰਟੀ ਕਰਨ ਵਾਸਤੇ ਕੀ ਕਰ ਰਹੇ ਹੋ। ਤੇ ਜਦੋਂ ਤੱਕ ਤੁਸੀਂ ਆਹ ਚੀਜ਼ਾਂ ਨਹੀਂ ਕਰੋਗੇ ਫਿਰ ਤੁਸੀਂ 6000 ਰੁਪਏ ਕਿਸਾਨ सम्मान निधि ਦੇ ਦਿਓ, ਫਲਾਂ ਟਿਮਕਾ ਦੇ ਦਿਓ, ਲੇਕਿਨ ਕਿਸਾਨ ਤੁਹਾਡੇ ਡੋਲਸ ਦੇ ਉੱਤੇ ਤੁਹਾਡੀ ਰਹਿਮਤ ਦੇ ਉੱਤੇ ਨਹੀਂ ਜਿਉਣਾ ਚਾਹੁੰਦਾ, ਆਤਮ ਨਿਰਭਰ ਬਣਨਾ ਚਾਹੁੰਦਾ ਹੈ, ਆਤਮ सम्मान ਦੇ ਨਾਲ ਜੀਣਾ ਚਾਹੁੰਦਾ ਹੈ। ਉਹ ਤਾਂ ਹੀ ਹੋਗਾ ਜੇ ਤੁਸੀਂ ਉਹਨਾਂ ਨੂੰ ਫਸਲ ਦੀ ਪੂਰੀ ਲਾਗਤ ਤੁਸੀਂ ਦੋਗੇ। ਉਹ ਕਦੋਂ ਦੋਗੇ ਤੇ ਇਹ ਪੈਸੇ ਜਿਹੜੇ ਤੁਸੀਂ ਲੈ ਰਹੇ ਹੋ ਇਹਦੇ ਵਿੱਚੋਂ ਕਿਸਾਨ ਨੂੰ ਕਿੰਨਾ ਮਿਲੂਗਾ, ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ। ਦੂਜੀ ਗੱਲ ਮੈਡਮ, ਮੈਂ ਕ੍ਰਿਸ਼ੀ ਪ੍ਰਧਾਨ ਸੂਬੇ ਤੋਂ ਆਂਦੀ ਹਾਂ, ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦ ਕੋਵਿਡ ਹੋ ਰਿਹਾ ਸੀ ਸਾਰਾ ਦੇਸ਼ ਬੰਦ ਸੀ, ਉਹ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਸੀ ਜਿਹੜਾ ਨੇ ਦੇਖਿਆ ਕਿ ਅੰਨ ਦੀ ਘਾਟ ਨਾ ਆਏ, ਲੇਕਿਨ ਹਿੰਦੁਸਤਾਨ ਦੀ ਇਸ ਦੇਸ਼ ਦੁਨੀਆ ਦੀ ਵੱਡੀ ਆਬਾਦੀ ਦਾ ਢਿੱਡ ਭਰਿਆ ਰਹੇ ਸਾਡੀ ਦੇਣ ਸੀਗੀ। ਲੇਕਿਨ ਅੱਜ ਉਸ ਪੰਜਾਬ ਦੇ ਕਿਸਾਨ ਦੇ ਨਾਲ ਕੀ ਹੋ ਰਿਹਾ ਹੈ, ਸਾਡੇ ਪਾਣੀਆਂ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਹੈ। ਕੱਲਾ ਇੱਕ ਸੂਬਾ ਸਾਰੇ ਦੇਸ਼ ਵਿੱਚ ਹੈ ਜਿੱਥੇ ਰਿਪੇਰੀਅਨ ਪ੍ਰਿੰਸੀਪਲ ਫੋਲੋ ਨਹੀਂ ਹੁੰਦਾ, ਸਾਡਾ ਪਾਣੀ ਖੋ ਕੇ ਹਰਿਆਣੇ ਨੂੰ ਦੇਣਾ ਚਾਹੁੰਦੇ ਆ। ਕਿਉਂ? ਸਾਡੀ ਰਾਜਧਾਨੀ ਚੰਡੀਗੜ੍ਹ ਉਹਨੂੰ ਕਮਜ਼ੋਰ ਹੱਕ ਨੂੰ ਕਮਜ਼ੋਰ ਕੀਤਾ ਜਾ ਰਿਹਾ। ਜਿਹੜੇ ਇਸ ਪਾਰਲੀਮੈਂਟ ਨੇ ਸਾਨੂੰ ਵਾਅਦਾ ਕੀਤਾ ਸੀ, ਅੱਜ ਸਾਡੀ ਰਾਜਧਾਨੀ ਵੀ ਸਾਡੇ ਤੋਂ ਖੋਈ ਜਾ ਰਹੀ ਹੈ। ਤੇ ਹੋਰ ਛੱਡੋ, ਸਾਡੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਿਆ ਗਿਆ। ਜਿਹੜੀ ਇੱਕ ਇੰਟਰਸਟੇਟ ਬੋਡੀ ਸਾਡੀ SGPC ਸੀਗੀ, ਜਦ ਪੰਜਾਬ ਦੇ ਟੋਟੇ ਟੋਟੇ ਕਰਕੇ ਤੁਸੀਂ ਦੂਜੇ ਸੂਬੇ ਬਣਾ ਦਿੱਤੇ ਸੀ, ਅੱਜ ਹਰਿਆਣਾ ਨੇ ਵਕਫ ਕਮੇਟੀ ਬਣਾ ਲਈ। ਇਹ ਪਾਰਲੀਮੈਂਟ ਤੋਂ ਇਲਾਵਾ ਕੋਈ ਸਟੇਟ ਨਹੀਂ ਇਹਦਾ ਫੈਸਲਾ ਕਰ ਸਕਦਾ, ਲੇਕਿਨ ਹਰਿਆਣਾ ਨੂੰ ਫੈਸਲਾ ਕਰਨ ਦਿੱਤਾ। ਜੇ ਕਾਂਗਰਸੀਆਂ ਨੇ ਹਮੇਸ਼ਾ ਪੰਜਾਬ ਦਾ ਹੱਕ ਮਾਰਿਆ ਤੇ ਅੱਜ ਇਹ ਸਰਕਾਰ ਵੀ ਪੰਜਾਬੀਆਂ ਤੇ ਸਿੱਖਾਂ ਦੇ ਹੱਕ ਮਾਰਨ 'ਚ ਕੋਈ ਘਾਟ ਕਮੀ ਨਹੀਂ ਛੱਡ ਰਹੀ ਹੈ। ਮੈਂ ਪੁੱਛਣਾ ਚਾਹੁੰਦੀ ਹਾਂ, ਨਾ ਸਾਡੇ ਸੂਬੇ ਦੀ ਕੋਈ ਰਾਜਧਾਨੀ, ਇਕਲੌਤਾ ਸੂਬਾ ਹੈ ਸਾਰੇ ਦੇਸ਼ 'ਚ ਜਿਹਦੀ ਕੋਈ ਰਾਜਧਾਨੀ ਨਹੀਂ ਹੈ। ਸਾਡੇ ਪਾਣੀ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ, ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ। ਕਿਉਂ? ਉਸ ਕਮਿਊਨਿਟੀ ਦੇ ਨਾਲ ਤੁਸੀਂ ਇੰਨਾ ਧੱਕਾ ਕਰ ਰਹੇ ਹੋ ਜਿਹਨੇ ਸਭ ਤੋਂ ਵੱਧ ਖੂਨ ਡੋਲਿਆ ਦੇਸ਼ ਦੀ ਆਜ਼ਾਦੀ ਵਾਸਤੇ, ਤਾਂ ਸਭ ਤੋਂ ਵੱਡਾ ਯੋਗਦਾਨ ਦੇਸ਼ ਦਾ ਢਿੱਡ ਪਾਲਣ ਵਾਸਤੇ ਕਰਦੇ ਨੇ। ਇਹ ਕਿਉਂ ਕੀਤਾ ਜਾ ਰਿਹਾ ਹੈ? ਕਦੇ ਸਾਡੇ ਨਾਲ ਦੇ ਗਵਾਂਢ ਦੇ ਸੂਬਿਆਂ ਨੂੰ, ਮੈਨੂੰ ਕੋਈ ਇਤਰਾਜ਼ ਨਹੀਂ, ਜ਼ਰੂਰ ਉਹਨਾਂ ਨੂੰ ਟੈਕਸ ਕੰਸੈਸ਼ਨਸ ਦਿਓ, ਕਦੇ ਹਿਮਾਚਲ ਨੂੰ, ਜੰਮੂ ਕਸ਼ਮੀਰ ਨੂੰ, ਉੱਤਰਾਖੰਡ ਨੂੰ, ਲੇਕਿਨ ਪੰਜਾਬ ਦੇ ਨਾਲ ਕਿਉਂ ਧੱਕਾ? ਸਾਡੀ ਇੰਡਸਟਰੀ ਉੱਥੇ ਭੱਜ ਜਾਂਦੀ ਹੈ, ਸਾਡੇ ਕਿਸਾਨਾਂ ਨੂੰ ਲਾਗਤ ਨਹੀਂ ਮਿਲਦੀ, ਲਿਖਤ ਦੇ ਦਿੱਤੇ ਹੋਏ ਵਾਅਦੇ ਪੂਰੇ MSP ਦੇ ਨਹੀਂ ਕੀਤੇ ਜਾਂਦੇ। ਬਾਰ-ਬਾਰ ਪੰਜਾਬ ਦੇ ਨਾਲ ਇਹ ਡਾਕੇ ਕਿਉਂ ਕੀਤੇ ਜਾਂਦੇ ਨੇ? ਫਾਸਟੈਸਟ ਗਰੋਇੰਗ ਇਕਨੋਮੀ ਦੀ ਬਹੁਤ ਵੱਡੀ ਗੱਲ ਕੀਤੀ ਜਾਂਦੀ ਹੈ, ਬੜੀ ਚੰਗੀ ਗੱਲ ਹੈ, ਲੇਕਿਨ 60% ਹਿੰਦੁਸਤਾਨ ਜਿਹੜਾ ਖੇਤਾਂ 'ਚ ਰਹਿੰਦਾ ਹੈ, ਜਿਹੜਾ ਰੂਰਲ ਏਰੀਆ 'ਚ ਰਹਿੰਦਾ ਹੈ, ਉਹਨਾਂ ਦੀ ਕੀ ਗਰੋਥ ਹੋ ਰਹੀ ਹੈ? ਕਦੇ ਉਹਦੇ ਬਾਰੇ ਵੀ ਸੋਚੋ। ਉਹ ਤਾਂ ਉਹਨਾਂ ਦੇ ਬੱਚੇ ਬੇਰੋਜ਼ਗਾਰ ਹੋ ਕੇ ਫਿਰ ਰਹੇ ਨੇ, ਸਾਡੇ ਸੂਬੇ ਦੇ ਬੱਚੇ ਬਾਹਰ ਭੱਜੀ ਜਾ ਰਹੇ ਨੇ ਕਿਉਂਕਿ ਕੋਈ ਭਵਿੱਖ ਹਿੰਦੁਸਤਾਨ 'ਚ ਪੰਜਾਬ 'ਚ ਨਜ਼ਰ ਨਹੀਂ ਆਉਂਦਾ। ਉਹਨਾਂ ਦੇ ਬਾਰੇ ਵੀ ਮੈਂ ਪੁੱਛਣਾ ਚਾਹੁੰਦੀ ਕਿ ਅੱਜ ਬੇਰੋਜ਼ਗਾਰੀ ਕਿਉਂ ਇੰਨੀ ਵੱਧ ਗਈ ਹੈ, ਮਹਿੰਗਾਈ ਕਿਉਂ ਵੱਧ ਗਈ ਹੈ? ਫਾਸਟੈਸਟ ਗਰੋਇੰਗ ਇਕਨੋਮੀ ਕੁਝ ਚਿੰਨਤ ਲੋਕਾਂ ਵਾਸਤੇ ਹੋ ਗਈ, ਲੇਕਿਨ ਆਮ ਜਨਤਾ ਵਾਸਤੇ ਕੋਈ ਫਾਸਟੈਸਟ ਗਰੋਇੰਗ। ਸਾਰਿਆਂ ਦੀ ਆਮਦਨ ਘਟ ਰਹੀ ਹੈ, ਕਿਸਾਨ ਦੀ ਘਟ ਰਹੀ ਹੈ, ਗਰੀਬ ਦੀ ਘਟ ਰਹੀ, ਦੁਕਾਨਦਾਰ ਦੀ ਘਟ ਰਹੀ ਹੈ। ਅਖੀਰ 'ਚ ਮੈਂ ਸਰਕਾਰ ਨੂੰ ਕੁਝ ਸੁਝਾਅ ਦੇਣਾ ਚਾਹਾਂਗੀ ਕਿ ਆਪਣੇ ਆਮਦਨ ਤੁਸੀਂ ਕਿਵੇਂ ਵਧਾਓ। ਅੱਜ ਇੱਥੇ ਵਿੱਤ ਮੰਤਰੀ ਜੀ ਬੈਠੇ ਹੋਏ ਨੇ। Madam Finance Minister, I would like to give you a suggestion as to how to increase your income. I request you as an MP that please increase your GST or taxes or any other collection on all sarkari ads which come out. Because I come from a state where there is a government which 6 years ago our government used to spend 20 crores on advertisements. Today they are spending 750 crores per year on सरकारी। रोज के 3 करोड़ रुपए सरकारी एडवर्टीजमेंट्स के। पंजाब का बजट बनना है, कन्याकुमारी से लेके उधर कश्मीर तक ऐड दिए जाते हैं कि बताइए, सुझाव दिए पंजाब के बजट के लिए। तो ये राज्यों की सरकारें, राज्यों का पैसा देश भर में अपने आप को चमकाने के। मैडम, फेसबुक में जो ऐड दिए 80% पंजाब के पैसों से, आपको पता है गुजरात में 80% ऐड दिए गए पंजाब के पैसों के साथ। तो मैं मैडम को कहूंगी, ये जो सरकारी एड्स होते हैं ना, उसमें जरा टैक्स बढ़ाइए ताकि ये राज्यों की सरकारें 10 बार सोचें, लोगों को पैसे उसे लुटाने के बजाय
पंजाब के लोगों को, राज्यों के लोगों को उन पैसों का फायदा होए, हमारे बच्चों को नौकरी मिले, हमारे किसानों को अपने फसल का पूरा हक मिले, और हमारे सिखों के साथ ऐसे धक्का ना करिए कि बिल्किस बानो के तो बलात्कारी रिहा हो जाते हैं, लेकिन हमारे कैदी राजीव गांधी के कातिल रिहा हो जाते हैं, लेकिन 550 साल गुरु नानक देव जी के उनके पूर्व पे जो वादा किया था कि बंदी सिखों को छोड़ा जाएगा, वो 28 साल के बाद आज भी जेलों में सड़ रहे हैं। ये सरकार अपने वादे पूरे करे किसान के साथ, सिखों के साथ और गरीबों की तरफ देखे, नहीं तो फास्टेस्ट ग्रोइंग इकोनॉमी आपके लिए बोलने के लिए होगी, लेकिन लोगों का जो हाल हो रहा है वो हकीकत से बहुत दूर है जो आप कह रहे हैं।